ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਬਿਦ ਤੁਮ ਹਰ ਜਾਣੋ ਆਪੇ हम रुलते फिरते कोई बात न पूछता गुर सतगुर संग कीरे हम थापे धन धन गुरु नानक जन केरा जित मिलै चुके सब सोग संतापे सतनाम श्री वाहिगुरु साहिब जीओ सोरठ महला पहला पहला दुत की तू गुण दातो निर्मल भाई निर्मल नामन होए हम अपराधी निर्गुणे भाई तुझ ही ते गुण सोए तू गुण दातो निर्मल भाई निर्मल नामन होए हम अपराधी निर्गुणे भाई तुझ ही ते गुण सोए मेरे प्रीतमा तू करता कर वेख हाँ पापी पाखंडिया भाई मन तन नाम विसेख रहाओ बिख माया चित मोहया भाई चतुराई पत खोए चित मह ठाकुर सच वसै भाई जे गुर ज्ञान समोए। वाहिगुरु जी का खालसा वाहिगुरु जी की फतेह। जुगो जुग अटल हाजरा हजूर ज़ाहरा ज़हूर सर्व कला भरपूर धन धन सतगुरु साहिब श्री गुरु ग्रंथ साहिब महाराज जियां दे पावन पवित्र चरणों विच हाजरियां भर रहे गुरमुख सतसंगी जनों, सतगुरु जी की अपार रहमत बख्शिश सदका आप गुरु दरबार विच हाजिर होए हो। सतगुरु साहिब नूं नमस्तक हो करके जीवन नूं सफलियां बना रहे हो।
ਪਾਵਨ ਪਵਿੱਤਰ ਗੁਰਬਾਣੀ ਦਾ ਹਰੀ ਜਸ ਕੀਰਤਨ ਗੁਰਮੁਖਾਂ ਪਾਸੋਂ ਆਪ ਜੀ ਨੇ ਸਰਵਣ ਕਰਕੇ ਆਨੰਦ ਮਾਣਿਆ ਹੈ। ਕੀਰਤਨ ਸਰਵਣ ਕਰਨ ਤੋਂ ਉਪਰੰਤ ਚੱਲ ਰਹੀ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਵਿਚਾਰ ਕਥਾ ਸਰਵਣ ਕਰਨ ਹਿਤ ਆਪ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ। ਇਹ ਪਾਵਨ ਪਵਿੱਤਰ ਸ਼ਬਦ ਜਿਸ ਦੀ ਆਰੰਭਤਾ ਅੱਜ ਹੋਈ ਹੈ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਤ ਹੈ। ਇਹ ਪਾਵਨ ਪਵਿੱਤਰ ਮਹਾਵਾਕ ਸਤਿਗੁਰ ਜੀ ਇਸ ਨੂੰ ਦੋ ਤੁਕੀ ਸਰਲੇਖ ਹੇਠ ਦਰਜ ਕਰਦੇ ਹਨ ਔਰ ਇਸ ਸ਼ਬਦ ਦੇ 10 ਪਦ ਨੇ। ਸਤਿਗੁਰੂ ਇਸ ਮਹਾਨ ਅਧਿਆਤਮ ਨਾਲ ਭਰਪੂਰ ਸ਼ਬਦ ਵਿੱਚ ਜੋ ਬ੍ਰਹਮ ਗਿਆਨ ਸਾਨੂੰ ਬਖਸ਼ਿਸ਼ ਕਰਦੇ ਨੇ, ਤੁਛ ਬੁੱਧੀ ਅਨੁਸਾਰ ਆਪ ਜੀ ਨੂੰ ਅਰਪਣ ਕਰਾਂ। ਇਕਾਗਰਤਾ ਬਖਸ਼ਿਸ਼ ਕਰਦੇ ਹੋਏ, ਅਸੀਸ ਬਖਸ਼ਿਸ਼ ਕਰਦੇ ਹੋਏ, ਰਸਨਾ ਪਵਿੱਤਰ ਕਰਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ, ਹਉ ਪਾਪੀ ਪਾਖੰਡੀਆਂ ਭਾਈ, ਮਨ ਤਨ ਨਾਮ ਵਸੇਖ। ਕਹਿੰਦੇ ਨੇ ਕਰੀਬਨ ਮਾਨਸਿਕ ਸਤਰ ਕਰਕੇ ਹਰ ਵਿਅਕਤੀ ਪਾਪੀ ਹੈ। ਪਾਪ ਔਰ ਅਪਰਾਧ ਵਿੱਚ ਇਤਨਾ ਫਰਕ ਹੈ, ਜੋ ਮਨ ਵਿੱਚ ਵਿਚਾਰਿਆ ਜਾਏ ਮਾੜਾ ਵਿਚਾਰ, ਜਦ ਤੱਕ ਕ੍ਰਿਤ ਨਾ ਬਣੇ ਉਦੋਂ ਤੱਕ ਮਨ ਵਿੱਚ ਪਾਪ ਹੈ। ਜਦ ਕ੍ਰਿਤ ਬਣ ਜੇ ਤੇ ਅਪਰਾਧ ਹੋ ਜਾਂਦਾ ਹੈ। ਪਾਪੀ ਤੋਂ ਮੁਰਾਦ ਹੈ ਜਿਸ ਦੇ ਵਿਚਾਰਾਂ ਵਿੱਚ ਮੈਲ ਹੈ, ਜਿਸ ਦੇ ਵਿਚਾਰਾਂ ਵਿੱਚ ਗੰਦਲਾਪਨ ਹੈ, ਵਿਚਾਰ ਸ਼ੁਭ ਨਹੀਂ ਹਨ। ਅਪਰਾਧੀ ਤੋਂ ਮੁਰਾਦ ਹੈ ਮਨ ਨੇ ਮਾੜੇ ਵਿਚਾਰ ਨੂੰ ਬਾਰ-ਬਾਰ ਦੁਹਰਾਇਆ, ਉਹ ਵਿਚਾਰ ਇਤਨਾ ਪ੍ਰਬਲ ਹੋਇਆ, ਸਰੀਰ ਦੇ ਤਲ ਤੇ ਉਸ ਦੀ ਕ੍ਰਿਤ ਪ੍ਰਗਟ ਹੋ ਗਈ, ਸਮਾਜ ਨੇ ਪਕੜ ਲਿਆ, ਕਾਨੂੰਨ ਨੇ ਪਕੜ ਲਿਆ, ਅਪਰਾਧ ਹੋ ਗਿਆ। ਐਸੀ ਵਿਵਸਥਾ ਬਣਾਈ ਹੈ ਕਾਨੂੰਨ ਨੇ, ਸਮਾਜ ਨੇ, ਕਿ ਬੰਦੇ ਦੇ ਅਪਰਾਧ ਦੀ ਸਜ਼ਾ ਨਿਸ਼ਚਿਤ ਹੈ। ਕੋਈ ਵੀ ਅਪਰਾਧ ਹੈ, ਹਰ ਦੇਸ਼ ਵਿੱਚ ਉਸ ਦੀ ਸਜ਼ਾ ਮੁਕਰਰ ਹੈ। ਅਪਰਾਧ ਸਮਾਜ ਦੀ ਪਕੜ ਵਿੱਚ ਆਉਂਦਾ ਹੈ, ਕਾਨੂੰਨ ਦੀ ਪਕੜ ਵਿੱਚ ਆਉਂਦਾ ਹੈ, ਪਰ ਪਾਪ ਕਾਨੂੰਨ ਦੀ ਪਕੜ ਵਿੱਚ ਨਹੀਂ ਆਉਂਦਾ। ਮੈਂ ਸਟੇਜ ਤੇ ਬੈਠਾ ਤੁਹਾਡੇ ਸਮਕਸ਼ ਤੋਂ ਬੜੀ ਨਿਰਮਲ ਕ੍ਰਿਤ ਕਰਨੇ, ਕਥਾ ਕਰਨੇ, ਮਨ ਵਿੱਚ ਮੇਰੇ ਕਿਹੜਾ ਮਾੜਾ ਵਿਚਾਰ ਦੌੜ ਰਹੇ ਤੁਸੀਂ ਨਹੀਂ ਜਾਣਦੇ। ਆਪ ਸੁਣ ਰਹੇ ਹੋ, ਮੇਰੇ ਲਈ ਤੋਂ ਕਥਾ ਹੀ ਸੁਣ ਰਹੇ ਹੋ, ਪਰ ਮਨ ਵਿੱਚ ਕਿਹੜੇ ਮੈਲੇ ਵਿਚਾਰ ਦੁਹਰਾਏ ਜਾ ਰਹੇ ਨੇ, ਇਹ ਗੁਪਤ ਨੇ। ਦੁਨੀਆ ਤੇ ਜਿਹੜੇ ਅਪਰਾਧੀ ਨੇ ਉਹਨਾਂ ਦੀ ਤਾਦਾਦ ਤੋਂ ਬਹੁਤ ਘੱਟ ਹੈ। ਜਿਹੜੇ ਜੇਲ੍ਹਾਂ ਵਿੱਚ ਸੜ ਰਹੇ ਨੇ, ਘੱਟ ਹੈ ਉਹਨਾਂ ਦੀ ਤਾਦਾਦ, ਪਰ ਮਾਫ ਕਰਨਾ ਪਾਪੀਆਂ ਦੀ ਤਾਦਾਦ ਤੇ ਭਰਪੂਰ ਹੈ। ਹਰ ਮਨ ਵਿੱਚ ਮਾੜਾ ਵਿਚਾਰ ਹੈ, ਹਰ ਮਨ ਵਿੱਚ ਮਲੀਨ ਵਿਚਾਰ ਨੇ। ਜਿੱਥੇ ਮਲੀਨ ਵਿਚਾਰ ਹੈ ਉੱਥੇ ਮਨੁੱਖ ਪਾਪੀ ਹੈ। ਤਦੇ ਤੇ ਬਾਣੀ ਬਾਰ-ਬਾਰ ਕਹਿੰਦੀ ਹੈ, ਹੇ ਗੁਰਦੇਵ, ਅਸੀਂ ਤੇ ਪਾਪ ਨਾਲ ਲੱਥਪੱਥ ਹੋਏ ਹਾਂ, ਸਾਡੇ ਹਿਰਦੇ 'ਚ ਮੈਲੇ ਵਿਚਾਰ ਉੱਠਦੇ ਨੇ। ਤੂੰ ਕਿਰਪਾ ਕਰ ਇਹ ਮੈਲੇ ਵਿਚਾਰਾਂ ਤੋਂ ਮੁਕਤ ਕਰਾ ਦੇ। ਪ੍ਰੇਮ ਨਾਲ ਸੁਣਨਾ, ਹਰ ਅਪਰਾਧ ਦਾ ਬੀਜ ਪਾਪ ਹੈ। ਜਿਹੜੀ ਕ੍ਰਿਤ ਸਰੀਰ ਤੇ ਪ੍ਰਗਟ ਹੁੰਦੀ ਹੈ ਨਾ, ਇੱਕਦਮ ਨਹੀਂ ਹੁੰਦੀ। ਪਹਿਲੇ ਮਨ ਵਿੱਚ ਲੰਮਾ ਸਮਾਂ ਇਹ ਵਿਚਾਰ ਬਣ ਕੇ ਦੌੜਦਾ ਹੈ।
पहले बीज विचार है। तदी तो रहबर ये कहते ने कदी 2 मिनट 5-7 मिनट रुक के बैठ के अपने विचारां नूं देखिया कर। साढ़े पास इतना समा ही नहीं है अपने विचारां नूं देखिए। बस विचार अपने आप ऐसे दौड़ रहे ने, ऐसे चल रहे ने। कोई भी विचार ऐसा नहीं आउंदा जिसदी असी असवारी नहीं करते। विचार दा घोड़ा आउंदा, असी असवारी लई तैयार ही हैं। और माफ करना, जितनी देर विचार नाल तदात्म ना जोड़िया जाए इतनी देर वो भोगिया नहीं जाता। देखो विचार दा घोड़ा आउंदा, बरीक बात है, अभ्यासियों की पकड़ च आएगी। विचार दा घोड़ा आउंदा, अगर मैं उसते असवार ना होया तो ये घोड़ा फिर दौड़ेगा नहीं। विचार लंबा तद ही चलता है क्योंकि असी उसते सवार हो जाते हैं। छोटी जी गल कहना कहानी रूप च, फिर समझना सुखाला होगा। शेख चिल्ली दियां कहानियां है ते मजाकिया अंदाज विच सन, पर उन्हां विच ज्ञान भरपूर कुछ तथ्य जरूर ने। कहते ने शेख चिल्ली ने 1 किलो दुध खरीदिया ते दुध खरीद के बाजार बेचन गया। हाथ विच डोलू है, 1 किलो दुध है पास। बाजार बेचन जा रहे ते मन विच एक विचार आ गया कि कल इस दुध नूं 2 किलो करके बेचांगा ते फिर 4 किलो करके बेचांगा, पैसे मेरे पास ज्यादा जुड़नगे ते सहजे सहजे एक मझ खरीद लवांगा। हले पास 1 किलो दुध है, विचारां विच मझ आ गई। क्यों आई? क्योंकि पहला विचार जद पैदा होया उसनूं भोगना शुरू कर दिता इसने, तदात्म जोड़ लिया। दास्तां रुकदी नहीं। एक मझ तो विचारां विच ही है 2 मझां कर लैंदा, हले पास सिर्फ 1 किलो दुध है। 2 मझां तो 10 मझां 100 मझां दा डेयरी फार्म पा लैंदा है और बड़ा प्रसन्न है। हुण जिहदे पास 1 किलो दुध है वो तो थोड़ा विनम्रता च तुरेगा, जिहदे पास 100 मझां दा डेयरी फार्म आकड़ तो आएगी, गर्दन तो आकड़ नाल भर जाएगी। 100 मझां दा मालक हो गया ते अकड़ नाल भर गया। पैर नूं ठेडा लगा, मोदड़े मुंह डिगया, और 1 किलो दुध भी रुड़ गया। जद ठेडा लगा 1 किलो दुध रुड़िया, विचार तो उतर आया, तदात्म टुट गया और रो रहा उच्ची उच्ची। देखण वाले पास आमदे ने, कहंदे सज्जणा इन्नी सट तो नहीं लगी, चोट ते कोई नहीं लगी, रो क्यों रहे? 1 किलो दुध ही डुले, हुण ये की दसे? इस दियां ते 100 मझां मर गईयां ने, डेयरी फार्म ही उजड़ गया सारा। हर कृत तो पहले विचार हुंदा है ते विचार नूं मनुख भोगदा है। इतना वक्त नहीं है मनुख पास भी कदी अपने आउंदे जांदे विचारां नूं एक रस बैठ के देखे। उमें जिवें कोई सड़क दे किनारे बैठा आउंदियां जांदियां गड्डियां नूं देखण लग पए। अभ्यासियां दी गल है, फिर दोहरा देवां, अभ्यास द्वारा प्रगट होने वाली उन्हें नहीं पल्ले पैंदी है कि वक्तव्य है। अगर विचारों तो मुक्त होना सर्वप्रथम कर्म की है, विचारों नूं 10-15 मिनट बैठ के देखिए, हैरान हो जाओगे। जद तक विचार दे भोगी ना बनिए विचार उठदा ही नहीं है, चलदा ही नहीं अगे। लंबा विचार ओही चलेगा जिस नाल तदात्म जोड़ लिया, बस जिसका सहयोग करना शुरू कर दिता।
ਵਿਚਾਰਾਂ ਤੋਂ ਮੁਕਤ ਹੋਣਾ ਹੈ ਤੇ ਵਿਚਾਰਾਂ ਦੇ ਦ੍ਰਸ਼ਟਾ ਹੋ ਜਾਈਏ। ਵਿਚਾਰਾਂ ਨੂੰ ਦ੍ਰਸ਼ਟਾ ਬਣ ਕੇ ਦੇਖੀਏ। ਸੰਸਕ੍ਰਿਤ ਦੇ 3 ਸ਼ਬਦ ਨੇ, ਇੱਕ ਹੈ ਦ੍ਰਿਸ਼, ਇੱਕ ਹੈ ਦਰਸ਼ਕ, ਇੱਕ ਹੈ ਦ੍ਰਸ਼ਟਾ। ਦ੍ਰਿਸ਼ ਬਣ ਜਾਏ ਤੇ ਦਰਸ਼ਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਜਿੱਥੇ ਦ੍ਰਿਸ਼ ਨਹੀਂ ਹੈ ਉੱਥੇ ਦਰਸ਼ਕ ਵੀ ਨਹੀਂ ਹੁੰਦੇ। ਜਿਤਨਾ ਅਲੱਗ ਦ੍ਰਿਸ਼ ਉਤਨੇ ਦਰਸ਼ਕ ਵੀ ਜ਼ਿਆਦਾ। ਇੱਕ ਅਵਸਥਾ ਹੋਰ ਵੀ ਹੈ ਜੋ ਦ੍ਰਿਸ਼ ਔਰ ਦਰਸ਼ਕ ਤੋਂ ਪਾਰ ਹੈ, ਜੋ ਸਿਰਫ ਦ੍ਰਿਸ਼ਟਾ ਹੋ ਗਈ, ਜਿਸ ਦਾ ਹੁਣ ਤਾਲਮੇਲ ਨਾ ਤੇ ਦ੍ਰਿਸ਼ ਨਾਲ ਰਿਹਾ ਨਾ ਦਰਸ਼ਕ ਨਾਲ ਰਿਹਾ। ਵਿਚਾਰਾਂ ਨੂੰ ਜਦ ਤੱਕ ਮਨੁੱਖ ਦੇਖਦਾ ਉਸ ਵੇਲੇ ਵਿਚਾਰ ਦ੍ਰਿਸ਼ ਹੁੰਦੇ ਨੇ, ਜਦ ਦੇਖਦਾ ਉਸ ਵਕਤ ਇਹ ਦਰਸ਼ਕ ਬਣ ਕੇ ਦੇਖਦਾ ਹੈ। ਜਦ ਦੇਖਦਿਆਂ ਇੱਕ ਘਟਨਾ ਐਸੀ ਘਟਦੀ ਹੈ ਜਦ ਨਾ ਦ੍ਰਿਸ਼ ਰਹਿੰਦਾ ਨਾ ਦਰਸ਼ਕ ਰਹਿੰਦਾ, ਬਸ ਦ੍ਰਿਸ਼ਟਾ ਰਹਿ ਜਾਂਦਾ ਹੈ। ਜਦ ਫਿਰ ਉਹੀ ਰਹਿ ਜਾਂਦਾ ਜੋ ਮੂਲ ਹੈ, ਜੋ ਬ੍ਰਹਮ ਹੈ, ਪਰਮਾਤਮਾ ਹੈ। ਉਸ ਨੂੰ ਕਹਿੰਦੇ ਨੇ ਵਿਅਕਤੀ ਸਮਾਧੀ ਬਲੀਨ ਹੋ ਗਿਆ, ਦ੍ਰਿਸ਼ ਦਰਸ਼ਕ ਤੋਂ ਪਾਰ ਆ ਗਿਆ। ਮਨੁੱਖ ਮਨ ਕਰਕੇ ਪਾਪੀ ਹੈ ਕਿਉਂਕਿ ਮਨ ਵਿੱਚ ਹਰ ਵਕਤ ਗੰਦਲੇ ਵਿਚਾਰ ਨੇ, ਔਰ ਵਿਚਾਰਾਂ ਨੂੰ ਬਾਰ-ਬਾਰ ਮਨੁੱਖ ਗਤੀ ਦੇਈ ਜਾਏ, ਸਰੀਰ ਉਸ ਨੂੰ ਕ੍ਰਿਤ ਦੁਆਰਾ ਪ੍ਰਗਟ ਕਰ ਦਿੰਦਾ ਹੈ, ਇਹ ਅਪਰਾਧ ਹੋ ਜਾਂਦੇ ਨੇ। ਫਿਰ ਅਪਰਾਧੀ ਨੂੰ ਫੜਨ ਦਾ ਉਪਾਅ ਹੈ। ਪਾਪ ਸਮਾਜ ਦੀ ਪਕੜ ਵਿੱਚ ਨਹੀਂ ਆਉਂਦਾ, ਪਾਪ ਕਾਨੂੰਨ ਦੀ ਪਕੜ ਵਿੱਚ ਨਹੀਂ ਆਉਂਦਾ, ਪਾਪ ਸਿਰਫ ਪਰਮਾਤਮਾ ਦੀ ਪਕੜ ਵਿੱਚ ਆਉਂਦਾ ਹੈ। ਮੈਂ ਪਹਿਲੇ ਵੀ ਅਰਜ਼ ਕੀਤੀ, ਫਿਰ ਦੁਹਰਾਵਾਂ, ਮੈਂ ਕੀ ਮਾੜਾ ਸੋਚ ਰਿਹਾ ਤੁਹਾਨੂੰ ਕੁਛ ਨਹੀਂ ਪਤਾ, ਤੁਹਾਡੀ ਪਕੜ ਵਿੱਚ ਨਹੀਂ ਹੈ ਬਾਤ। ਤੁਸੀਂ ਕੀ ਸੋਚ ਰਹੇ ਹੋ ਮੇਰੀ ਪਕੜ ਵਿੱਚ ਨਹੀਂ ਹੈ। ਹਾਂ, ਪਰਮਾਤਮਾ ਦੀ ਪਕੜ ਵਿੱਚ ਹੈ। ਮੇਰਾ ਅੰਤਰ ਜਾਮੀ ਹਰ ਰਾਇਆ, ਸਭ ਕਿਛ ਜਾਣੈ ਮੇਰੇ ਜੀਅ ਕਾ ਪ੍ਰੀਤਮ, ਬਿਸਰ ਗਏ ਬਕਬਾਇਆ। ਸਤਿਗੁਰੂ ਕਹਿੰਦੇ ਨੇ ਉਹ ਮੇਰਾ ਅੰਤਰ ਜਾਮੀ ਸਭ ਕੁਛ ਜਾਣਦਾ ਹੈ, ਬਿਨ ਬੋਲਿਆ ਸਭ ਕੁਛ ਜਾਣਦਾ। ਬੋਲਣ ਦੀ ਵੀ ਜ਼ਰੂਰਤ ਨਹੀਂ, ਵਿਚਾਰ ਦੀ ਤਰੰਗ ਪ੍ਰਵਾਹਿਤ ਹੁੰਦੀ ਨਹੀਂ ਹੱਲੇ, ਉਹ ਜਾਣਦੇ। ਦੂਸਰਾ ਤਲ ਹੈ, ਇਸ ਵਿੱਚ ਦੂਸਰਾ ਸ਼ਬਦ ਆਇਆ ਪਾਖੰਡੀ, ਪਾਖੰਡੀਆਂ। ਪਾਖੰਡੀ ਤੋਂ ਮੁਰਾਦ ਹੈ ਜੋ ਦੋ ਹਿੱਸਿਆਂ ਵਿੱਚ ਜੀਂਦਾ ਹੈ, ਜਿਸ ਦੇ ਦਿਲ ਵਿੱਚ ਕੁਝ ਹੋਰ ਹੈ ਤੇ ਜਿਸਮ ਤੇ ਕੁਝ ਹੋਰ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਤੋਂ ਪਾਪ ਹੈ, ਪਰ ਸਰੀਰ ਤੇ ਜ਼ੁਬਾਨ ਤੇ ਧਰਮਾਤਮਾ ਹੋਣ ਦਾ ਵਿਖਾਵਾ ਚੱਲ ਰਿਹਾ ਹੈ। ਹਿਰਦੇ ਵਿੱਚ ਮੈਲ ਹੈ, ਬਾਹਰੋਂ ਪਾਵਨ ਹੋਣ ਦਾ ਭੇਖ ਦਿਖਾਇਆ ਜਾ ਰਿਹਾ। ਪਾਖੰਡੀ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਪਾਖੰਡੀ ਸ਼ਬਦ ਵੈਸੇ ਬੜਾ ਪਿਆਰਾ ਹੈ। ਕਦੀ ਸਮਾਂ ਸੀ ਹਿੰਦੁਸਤਾਨ ਦੀ ਧਰਤੀ ਤੇ ਪਾਖੰਡੀਆਂ ਦਾ ਇੱਕ ਸੰਪਰਦਾਇ ਚੱਲਦਾ ਸੀ। ਪਾਖੰਡੀ ਦੇ ਗਹਿਰੇ ਅਰਥ ਨੇ ਜੋ ਧਿਆਨ ਸਾਧਨਾ ਵਿੱਚ ਬੈਠ ਕੇ ਆਪਣੇ ਪਾਪਾਂ ਦਾ ਖੰਡਨ ਕਰੇ, ਪਾਪ ਖੰਡਿਤ ਕਰਨ ਵਾਲਾ ਪਾਖੰਡੀ। ਇਹ ਸ਼ਬਦ ਬੜਾ ਨਿਰਮਲ ਹੈ, ਕਿਸੇ ਦਿਨ ਨਿਰਮਲ ਰਿਹਾ ਹੈ। ਹੌਲੀ ਹੌਲੀ ਵਿਕਰਤ ਕਿਉਂ ਹੋਇਆ? ਕਿਉਂਕਿ ਪਾਖੰਡੀਆਂ ਦਾ ਸੰਪਰਦਾਇ ਮਲੀਨ ਹੋ ਗਿਆ, ਗਿਰ ਗਿਆ, ਉਹਨਾਂ ਦੇ ਆਚਰਣ ਗਿਰ ਗਏ। ਫਿਰ ਪਾਖੰਡੀ ਕਦੀ ਪੂਜਿਆ ਜਾਂਦਾ ਸੀ, ਪਾਖੰਡੀ ਇੱਕ ਗਾਲ ਬਣ ਗਿਆ। ਮਾਫ ਕਰਨਾ, ਜਿਵੇਂ ਅੱਜ ਸੰਤ ਸ਼ਬਦ ਦਾ ਲੈਵਲ ਗਿਰਦਾ ਜਾ ਰਿਹਾ। ਮਾਫ ਕਰ ਦੇਣਾ, ਸੱਚ ਬਾਤ ਕਹਿ ਰਹੇ ਹੋ ਸਕਦਾ ਹੈ 1000 2 ਸਾਲ 1000 ਸਾਲ ਬਾਅਦ ਇਹ ਸ਼ਬਦ ਉਹੀ ਸਥਿਤੀ ਲੈ ਲੈ ਜੋ ਪਾਖੰਡੀ ਸ਼ਬਦ ਲੈ ਚੁੱਕੇ। ਜਦ ਮਨੁੱਖਾਂ ਦੇ ਆਚਰਣ ਗਿਰਦੇ ਨੇ, ਫਿਰ ਸ਼ਬਦਾਂ ਦੇ ਮਤਲਬ ਵੀ ਤਬਦੀਲ ਹੋ ਜਾਂਦੇ ਨੇ। ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪਾਵਨ ਸ਼ਬਦ ਹੈ, ਸੋ ਪਾਖੰਡੀ ਜੋ ਕਾਇਆ ਪਰ ਜਾਲੇ। ਇਸ ਤਰ੍ਹਾਂ ਪੰਕਤੀਆਂ ਨੇ। ਪਾਖੰਡੀ ਨਿਰਮਲ ਹੈ, ਬੈਠ ਕੇ ਆਪਣੇ ਪਾਪਾਂ ਨੂੰ ਹਰੀ ਨਾਮ ਵਿੱਚ ਡੁਬੋ ਕੇ ਜਾਲ ਰਹੇ, ਸਾੜ ਰਹੇ, ਪਰ ਸ਼ਬਦ ਵਿਕਰਤ ਹੋ ਗਿਆ। ਹਿਰਦੇ ਚ ਮੈਲ ਹੈ, ਜਿਸਮ ਤੇ ਪਖੰਡ ਹੈ। ਹਿਰਦੇ 'ਚ ਕੋਈ ਪ੍ਰੇਮ ਨਹੀਂ ਹੈ, ਜ਼ੁਬਾਨ ਤੇ ਪ੍ਰੇਮ ਦਾ ਪ੍ਰਗਟਾਵਾ ਕਰ ਰਹੇ। ਤੁਸੀਂ ਦੇਖਣਾ ਕਦੀ ਕੋਈ ਪ੍ਰੇਮੀ ਮਿਲਦਾ,
ਉਸਦੇ ਸਮਕਸ਼ ਤੇ ਅਸੀਂ ਹੱਥ ਜੋੜਦੇ ਕਹਿੰਦੇ ਬੜਾ ਤੇਰੇ ਨਾਲ ਸਨੇਹ, ਤੂੰ ਤਾਂ ਮੇਰਾ ਆਪਣਾ ਬੜਾ ਪਿਆਰ ਹੈ, ਪਰ ਦਿਲੋਂ ਉਸ ਨੂੰ ਗਾਲਾਂ ਹੀ ਕੱਢਦੇ ਆ। ਦਿਲ ਵਿੱਚ ਉਸਦੇ ਪ੍ਰਤੀ ਨਫ਼ਰਤ ਹੈ। ਇਹ ਕਰਮ ਪਾਖੰਡ ਵਿੱਚੋਂ ਆ ਰਹੇ। ਬੰਦਾ ਦਾਨੀ ਹੋਣ ਦੀ ਘੋਸ਼ਣਾ ਕਰਦਾ, ਪਰ 1 ਟਕਾ ਦੇ ਕੇ 1000 ਟਕਿਆਂ ਨੂੰ ਹੜੱਪਣ ਦਾ ਪ੍ਰਯਤਨ ਹੁੰਦਾ ਹੈ। ਤੇ ਜਗਤ ਵਿੱਚ ਤੇ ਪਖੰਡ ਹੀ ਪ੍ਰਗਟ ਹੁੰਦਾ ਹੈ ਨਾ। ਇਸ ਜਗਤ ਦਾ, ਇਸ ਦੁਨੀਆ ਦਾ ਇਤਨਾ ਨੁਕਸਾਨ ਅਗਿਆਨੀਆਂ ਨੇ ਨਹੀਂ ਕੀਤਾ, ਮੂਰਖਾਂ ਨੇ ਨਹੀਂ ਕੀਤਾ, ਜਿੰਨਾ ਆਪਣੇ ਆਪ ਨੂੰ ਧਾਰਮਿਕ ਸਿਆਣੇ ਸਮਝਣ ਵਾਲਿਆਂ ਨੇ ਕੀਤਾ ਹੈ। ਅਗਿਆਨੀ ਤੇ ਵਿਚਾਰਾ ਅਗਿਆਨੀ ਹੈ, ਉਸਨੇ ਤੇ ਕੁਛ ਬਹੁਤ ਨਹੀਂ। ਪਰ ਜੋ ਧਰਮ ਦੀ ਆੜ ਵਿੱਚ ਜਗਤ ਨੂੰ ਠੱਗਣ ਵਾਸਤੇ ਨਿਕਲਦਾ, ਜਿਵੇਂ ਗੁਰਦੇਵ ਕਹਿੰਦੇ ਨੇ, ਭੇਖ ਦਿਖਾਵੇ ਜਗਤ ਕੋ ਲੋਗਨ ਕੋ ਬਸ ਕੀਨ। ਐਸੇ ਵਿਅਕਤੀ ਦਾ ਆਪਣਾ ਜੀਵਨ ਤੇ ਵਿਨਸ਼ਟ ਹੁੰਦਾ, ਜਗਤ ਨੂੰ ਵੀ ਕੋਈ ਸਾਰਥਕਤਾ ਨਹੀਂ ਮਿਲਦੀ। ਸਤਿਗੁਰੂ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਐਸਾ ਵਕਤਵ ਦਿੰਦੇ ਨੇ, ਹਉ ਪਾਪੀ ਪਾਖੰਡੀਆਂ ਭਾਈ ਮਨ ਤਨ ਨਾਮ ਬਸੇਖ। ਹੁਣ ਦੂਸਰਾ ਪਕਸ਼ ਸੁਣ ਲੈਣਾ। ਰਾਜਨੀਤੀ ਹੈ ਦੂਸਰੇ ਦੇ ਅਵਗੁਣ ਫਰੋਲਣਾ, ਦੂਸਰੇ ਤੇ ਉਂਗਲ ਉਠਾ ਬਣੀ। ਧਰਮ ਹੈ ਸਵੈਮ ਦੇ ਅਵਗੁਣ ਦੇਖਣਾ। ਅਰਾਜਨੀਤਿਕ ਵਿਅਕਤੀ ਆਪਣੇ ਆਪ ਤੋਂ ਬਹੁਤ ਦੂਰ ਹੁੰਦਾ ਹੈ ਤੇ ਧਾਰਮਿਕ ਵਿਅਕਤੀ ਆਪਣੇ ਬਹੁਤ ਨੇੜੇ ਹੁੰਦਾ ਹੈ। ਤੁਸੀਂ ਦੇਖ ਲੈਣਾ, ਹੁਣ ਤੇ ਚਲੋ ਧਰਮ ਵਿੱਚ ਵੀ ਰਾਜਨੀਤੀ ਹਾਵੀ ਹੋ ਗਈ। ਅਖਬਾਰਾਂ ਜਦ ਇਲੈਕਸ਼ਨ ਦੇ ਦਿਨ ਆਵਣ, ਚਾਹੇ ਇਲੈਕਸ਼ਨ ਰਾਜਨੀਤਿਕ ਹੋਵਣ ਚਾਹੇ ਧਾਰਮਿਕ ਹੋਵਣ, ਇੱਕ ਦੂਜੇ ਤੇ ਚਿੱਕੜ ਹੀ ਸੁੱਟਿਆ ਜਾਂਦਾ, ਦੂਸ਼ਣਬਾਜ਼ੀ ਹੁੰਦੀ ਹੈ। ਧਰਮ ਨਾਲ ਇਸ ਦਾ ਕੋਈ ਲੈਣ ਦੇਣ ਨਹੀਂ। ਧਰਮ ਹੈ ਸਵੈਮ ਪੜਚੋਲ ਕਰਨੀ ਆਪਣੇ ਆਪੇ ਦੀ, ਆਪਣੇ ਆਪ ਦੇ ਅਵਗੁਣ ਦੇਖਣੇ। ਗੁਰਬਾਣੀ 'ਚ ਇੱਕ ਵੀ ਪੰਕਤੀ ਐਸੀ ਨਹੀਂ ਹੈ ਜੋ ਦੂਸਰੇ ਦੇ ਅਵਗੁਣਾਂ ਨੂੰ ਉਛਾਲਣ ਲਈ ਪ੍ਰੇਰਨਾ ਬਣਦੀ ਹੋਵੇ। ਸਭ ਪੰਕਤੀਆਂ ਇਹੀ ਕਹਿੰਦੀਆਂ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। हे ਪ੍ਰਭੂ, ਮੇਰੇ 'ਚ ਅਵਗੁਣ ਹੀ ਅਵਗੁਣ ਨੇ, ਗੁਣਾ ਹੀ ਗੁਣਾ ਨੇ। ਇੱਥੇ ਹੀ ਬਸ ਨਹੀਂ, ਐਸਾ ਕਹਿੰਦੇ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਦ੍ਰਿਸ਼ਟੀ ਆਪਣੇ ਆਪ ਤੇ ਹੈ। ਆਪਣੇ ਅੰਦਰ ਪਰਮਾਤਮਾ ਤੱਕ ਪਹੁੰਚਣ ਲਈ ਜਿਹੜੀਆਂ ਛੋਟੀਆਂ ਛੋਟੀਆਂ ਰੁਕਾਵਟਾਂ, ਦ੍ਰਿਸ਼ਟੀ ਉਸ ਤੇ ਹੈ। ਤੇ ਧਾਰਮਿਕ ਰਹਿਬਰ ਜਿਹੜਾ ਹੁੰਦਾ ਹੈ ਨਾ, ਜੋ ਧਰਮ ਵਿੱਚ ਪਰਮਾਤਮਾ ਨੂੰ ਮਿਲਣ ਲਈ ਨਿਕਲਦਾ ਹੈ, ਉਸ ਨੂੰ ਆਪਣੀ ਛੋਟੀ ਤੋਂ ਛੋਟੀ ਕਮਜ਼ੋਰੀ ਵੀ ਪਹਾੜ ਦਿਖਾਈ ਦਿੰਦੀ ਹੈ, ਉਸ ਨੂੰ ਮਿਟਾਉਂਦਾ। ਫਿਰ ਅਖੀਰਲੇ ਮੁਗਲ ਰਾਜਾ ਬਹਾਦਰ ਸ਼ਾਹ ਦੇ ਬੜੇ ਪਿਆਰੇ ਬਚਨ ਨੇ। ਇਹ ਸੂਫੀ ਤਬੀਅਤ ਦਾ ਮਾਲਕ ਸੀ, ਕਲਾਮ ਇਸ ਦਾ ਬੜਾ ਸੁੰਦਰ ਹੈ ਸਾਰਾ। ਇਹ ਕਹਿੰਦਾ, ਜਬ ਤੱਕ ਨਾ ਥੀ ਆਪਣੇ ਗੁਨਾहों की खबर, देखते थे दुनिया के ऐबो हुनर, जब अपने ही गुनाहों पे पड़ी निगाह, जहां में कोई भी बुरा ना रहा। ਕਹਿੰਦਾ, ਜਦੋਂ ਤੱਕ ਆਪਣੇ ਗੁਨਾਹਾਂ ਤੇ ਦ੍ਰਿਸ਼ਟੀ ਨਹੀਂ ਸੀ, ਦੂਜਿਆਂ ਦੇ ਗੁਨਾਹ ਹੀ ਦੇਖੀ ਜਾਂਦੇ ਸਨ। ਇਹ ਵੀ ਮਾੜਾ ਹੈ, ਇਹ ਵੀ ਮਾੜਾ ਹੈ। ਜਦ ਆਪਣੇ ਅੰਦਰ ਉਤਰੇ, ਆਪਣੇ ਗੁਨਾਹਾਂ ਤੇ ਦ੍ਰਿਸ਼ਟੀ ਪੈ ਗਈ, ਫਿਰ ਜਗਤ 'ਚ ਕੋਈ ਬੁਰਾ ਬਚਿਆ ਹੀ ਨਹੀਂ। ਫਿਰ ਕੀ ਹੋ ਗਿਆ? ਸਭ ਹੋਂ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਫਿਰ ਆਪਣਾ ਆਪਾ ਹੀ ਬੁਰਾ ਲੱਗਣ ਲੱਗ ਪਏ। ਪ੍ਰਭੂ, ਮੇਰੇ 'ਚ ਇਹ ਅਵਗੁਣ ਨੇ। ਦਾਸ ਦੀ ਇੱਕ ਲਿਖੀ ਹੋਈ ਪੁਸਤਕ ਹੈ ਰੜਕ, ਉਸ ਦੇ 2 ਸ਼ੇਰ ਮੈਨੂੰ ਯਾਦ ਆ ਗਏ। ਪ੍ਰੇਮ ਨਾਲ ਸੁਣਨਾ, ਸ਼ਾਇਰ ਪ੍ਰਵਿਰਤੀ ਵਾਲੇ ਸਮਝ ਪਾਣਗੇ। ਲੱਗਦਾ ਹੈ ਉਹ ਮੁੜ ਨਾ ਫੇਰਾ ਪਾਵੇਗਾ। ਪ੍ਰਭੂ ਦੇ ਪ੍ਰਥਾਏ ਬਾਤ ਹੈ।
प्रभु की प्रतीक्षा च अभ्यासी बैठा ते निराश होके फिर उसके सामने ऐसी कल्पना करता है, लगता है वो मुड़ ना फेरा पावेगा, सारी जिंदगी इंज ही तड़पावेगा। मैं अपने राह विच दीवार बन के बैठा हाँ, जे वो आया भी ते किहड़े राह तो आवेगा। दीवार कौन है? मैं ही तो दीवार है। मेरा अपना आपा ही तो दीवार है, मेरा अहम भाव ही तो दीवार है। जे आना भी चाहे ते मोरे मेरे अहंकार की दीवार खड़ी है, मेरे गुनाहां की दीवार खड़ी है। वो गिरे तो आवे, असल विच वो तो आया ही कोई है, विचकार दीवार ही साक्षात नहीं होने देंदी। जिसनों अपने गुनाहां की खबर मिल जाए, जो अपने आप को देखण लग पाए, सतगुरु कहते ने वो व्यक्ति फिर आपा सवारन ते निकल पैंदे। बाबा फरीद साहब जी का एक श्लोक है, फरीद साहब कहते ने अल्लाह का इल्हाम होया ते फरीद मैनू मिलना चाहुंदा है। हाँ, फरीद साहब कहते ने अल्लाह तेरी प्रतीक्षा विच ही तो बैठो, मिल। अल्लाह का इल्हाम है, फिर एक कर्म कर। फरीद पुछदे ने केड़ा कर्म? श्लोक विच दर्ज करते ने, आप सवारै मैं मिलै, मैं मिलिया सुख होए, फरीदा जे तू मेरा होए रहे, सब जग तेरा होए। तू अपने आपे नू सवार लै। चार बंदे इकत्तर होणगे ना माफ करना, उन्हां दी जुबान ते दूजे दी बात हुंदी है। चार बंदे इकट्ठे होण, कौम दा की बनेगा, पंथ दा की बनेगा। आवा ही उत गया। इस तरह वो गल्लां करते ने इस हिसाब नाल जिवें असीं इस तो बाहर हाँ। असीं ऐसा नहीं करते, साडी कृत ऐसी नहीं है। असल विच पंथ समूह की बात नहीं है, धर्म समूह की बात नहीं है, धर्म ते व्यक्तिगत घटना है। जद व्यक्ति बदलाव विच आ जाए, एक तो ही बदलाव शुरू होंदा। तुसीं हैरान होना है, अपराध जन्म लैंदा समूह तो। दुनिया का विनाश हुंदा है झूठ का तल प्रगट हुंदा है समूह तो, सच प्रगट हुंदा है एक तो। कदी सत्यवादियों की भीड़ देखी तुसीं? हाँ, कूड़वादियों की भीड़ मिलेगी जरूर। सच जद भी अवतरण करता है एक हिरदे च करता है, और झूठ की बात उठे तो झूठ ते घर घर विच मौजूद है, हर हिरदे च। फटाफट सड़कों ते आ जाता है झूठ, पर सच जन्म लग जाते हैं। एक होर छोटी जी बात कहना, पुख्तगी मिल जाएगी। तुसीं देखना, असी सच नूं फैलाउण लगे इतने प्राण नहीं लगाते जितने झूठ नूं फैलाउण विच लगाने हैं। किसे गुरुद्वारा साहब विच किहड़ी बाणी की कथा हो रही है पता है किसे नूं? कोई इलैक्ट्रॉनिक मीडिया राही भी शेयर करता है बात। हाँ, किसी गुरुद्वारे च कोई लड़ाई हुई, 1 सैकंड विच फैलदी बात। क्यों फैलदी है? क्योंकि झूठ नूं फैलाउण विच सब सहयोगी ने, सच नूं फैलाउण विच कोई सहयोग नहीं दिंदा। सच नूं वो फैला ही नहीं सकता जिसने सत्य नूं जाणिया ही नहीं। सत्य ते उस द्वारा ही फैलदा है जिसदे हिरदे च सत्य प्रगट है, ते जिसदे हिरदे च झूठ ही झूठ है। ये ते तलाश विच है झूठ की कोई खबर मिले ते मैं उसते असवार होवां, उसनूं फैलावां। रोज रोज संसार विच समाज विच झूठ ही फैल रहे हैं, क्योंकि झूठ फैलाउण लई असीं सारे राजी हैं। और सच गल है, बहुत ज्यादा कुछ अपने कोलों जोड़ जोड़ के बधा बधा के फैलाने हैं। अगर फैलावन है सत्य फैलाओ, अगर फैलावना है तो शुभ फैलावना करो। अशुभ दा की है? उते दुआने दा भी नहीं है, मुल्य तो सिर्फ सत्य दी है। जिसदे हिरदे च ये भाव पैदा हो जाए अपने गुनाहां नूं देखना और अपने गुनाहां नूं दूर करना है,
ਉਹੀ ਧਰਮ ਵਿੱਚ ਪ੍ਰਵਿਸ਼ਟ ਹੁੰਦਾ ਹੈ। ਰਹਾਉ ਦੀਆਂ ਪੰਕਤੀਆਂ ਇੱਕ ਦਫਾ ਸੁਣਾ ਦੇਵਾਂ, ਸ਼ਬਦ ਕੱਲ ਆਪਾਂ ਨਿਕਲਾਂਗੇ। ਸਤਿਗੁਰੂ ਕਹਿੰਦੇ ਨੇ, ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ। हे ਮੇਰੇ ਪ੍ਰਭੂ, हे ਮੇਰੇ ਪ੍ਰੀਤਮ, ਤੂੰ ਸ੍ਰਿਸ਼ਟੀ ਦਾ ਕਰਤਾ ਹੈ। ਇਹ ਸਾਰੀ ਕ੍ਰਿਤ ਤੇਰੇ ਤੋਂ ਪੈਦਾ ਹੋਈ ਏ, ਮੈਂ ਵੀ ਤੇਰਾ ਹੀ ਪੈਦਾ ਕੀਤਾ ਹੋਇਆ। ਤੂੰ ਕਿਰਪਾ ਕਰ ਆਪਣੀ ਕ੍ਰਿਤ ਦੀ ਔਰ ਮੇਰੀ ਸਾਂਭੋ ਸੰਭਾਲ ਕਰ। ਮੇਰੀ ਦਸ਼ਾ ਤੋਂ ਇਹ ਹੈ, ਹਉ ਪਾਪੀ ਪਾਖੰਡੀਆਂ ਭਾਈ, ਮਨ ਤਨ ਨਾਮ ਵਸੇਖ। हे ਪ੍ਰਭੂ, ਮੈਂ ਪਾਪੀ ਹਾਂ, ਹਰ ਵਕਤ ਮਾੜਾ ਹੀ ਸੋਚਦਾ, ਹਰ ਵਕਤ ਮਾੜਾ ਹੀ ਚਿਤਵਦਾ, ਪਖੰਡ ਵਿੱਚ ਜੀਂਦਾ, ਦਿਲ ਵਿੱਚ ਤੇਰੀ ਮੁਹੱਬਤ ਕੋਈ ਨਹੀਂ ਹੈ। ਜ਼ੁਬਾਨ ਤੇ ਮੁਹੱਬਤ ਦੀਆਂ ਬਾਤਾਂ ਨੇ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆਂ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆਂ। हे ਪ੍ਰਭੂ, ਤੇਰੇ ਤਲ ਤੇ ਮੇਰਾ ਹਿਰਦਾ ਨਹੀਂ ਬਹਿੰਦਾ, ਮੇਰੇ ਹਿਰਦੇ 'ਚ ਤੇਰਾ ਪ੍ਰੇਮ ਨਹੀਂ ਹੈ, ਪਖੰਡ ਹੈ। ਮਨ ਤਨ ਨਾਮ ਵਸੇਖ, ਤੂੰ ਰਹਿਮਤ ਕਰ, ਕਿਰਪਾ ਕਰ, ਆਪਣਾ ਵਿਸ਼ੇਸ਼ ਨਾਮ ਮੇਰੇ ਹਿਰਦੇ ਘਰ ਵਿੱਚ ਟਿਕਾ, ਤਾਂ ਜੋ ਮੇਰੇ ਹਿਰਦੇ ਦੇ ਪਾਪ ਔਰ ਪਖੰਡ ਦੀ ਜੜ ਪੱਟੀ ਜਾਏ। ਤੂੰ ਕਿਰਪਾ ਕਰ, ਮੇਰੇ ਹੱਥ ਬਸ ਵਿੱਚ ਕੁਛ ਨਹੀਂ ਹੈ। ਅਵਿਆਸੀ ਇੱਕ ਸਮਾਂ ਐਸਾ ਆਉਂਦਾ ਹੈ, ਆਤਮ ਪੜਚੋਲ ਕਰਦਾ ਕਰਦਾ ਕੁਰਲਾ ਉੱਠਦਾ ਹੈ, ਪ੍ਰਭੂ ਸਾਹਮਣੇ ਫਰਿਆਦ ਕਰਦਾ ਹੈ, हे ਪ੍ਰਭੂ ਤੂੰ ਕਿਰਪਾ ਕਰ। ਜਦ ਇਹ ਅਰਦਾਸ ਪ੍ਰਾਣਾ ਚੋਂ ਉੱਠਦੀ ਏ, ਫਿਰ ਪਰਮਾਤਮਾ ਦਾ ਮਿਲਨ ਘਟਤ ਹੋ ਜਾਂਦਾ ਹੈ। ਜਿਵੇਂ ਪੰਜ ਬਾਣੀਆਂ ਨੇ ਬੜੀਆਂ ਤਰਤੀਬਬੱਧ ਨੇ ਨਿਤਨੇਮ ਦੀਆਂ, ਜਪ ਜਾਪ, ਅਰੰਭਤਾ ਜਪ ਤੋਂ ਹੈ, ਜਪ ਜਾਪ ਬਣ ਜਾਏ, ਸਵਈਏ ਬੈਰਾਗਮਈ ਨੇ। ਜਗਤ ਦਾ ਮੋਹ ਟੁੱਟਦਾ ਹੈ ਪੜ੍ਹ ਕੇ, ਨਾਸ਼ਵਾਨਤਾ ਝਲਕਦੀ ਹੈ, ਜਗਤ ਦੀ ਤਰਫੋਂ ਪ੍ਰਵਿਰਤੀ ਜਦ ਉੱਚੀ ਉੱਠਦੀ ਹੈ, ਉਸ ਵਕਤ ਫਿਰ ਦੇਖਦੇ ਨੇ ਨੈਣ, ਜਗਤ ਤੇ ਨਾਸ਼ਵਾਨ ਹੈ, ਹੁਣ ਉਹ ਦਿਖਾਈ ਦੇਵੇ ਜੋ ਸਦੀਵੀ ਰਹਿਣ ਵਾਲਾ ਪ੍ਰਭੂ, ਪਰ ਦਿਖਾਈ ਨਹੀਂ ਦਿੰਦਾ। ਫਿਰ ਪ੍ਰਾਣਾ ਤੋਂ ਬੇਨਤੀ ਚੌਪੇ ਨਿਕਲਦੀ, ਬੇਨਤੀ ਨਿਕਲਦੀ ਹੈ। ਜਦ ਪ੍ਰਾਣਾ ਤੋਂ ਬੇਨਤੀ ਨਿਕਲਦੀ ਹੈ, ਫਿਰ ਪੰਜਵੀਂ ਬਾਣੀ ਆਨੰਦ ਹੈ, ਪਰਮਾਤਮਾ ਮਿਲ ਜਾਂਦਾ, ਫਿਰ ਜੀਵਨ ਆਨੰਦ ਹੋ ਜਾਂਦਾ ਹੈ। ਭੁੱਲਾਂ ਚੁੱਕਣ ਦੀ ਮੁਆਫੀ। ਆਪ ਜੀ ਨੇ ਪ੍ਰੇਮ ਸਹਿਤ ਸਰਵਣ ਕੀਤਾ, ਸਭ ਦਾ ਧੰਨਵਾਦ। ਕੱਲ ਦੀ ਹਾਜ਼ਰੀ ਵਿੱਚ ਸ਼ਬਦ ਨੂੰ ਅੱਗੇ ਪ੍ਰਚਾਰਨਾ ਕਰਾਂਗੇ। ਗੁਰਮੁਖ ਪਿਆਰਿਆਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਕੱਲ ਦੇ ਗੁਰਦੁਆਰਾ ਸਾਹਿਬ ਵਿੱਚ ਸਹਿਜ ਪਾਠ ਆਰੰਭ ਕੀਤੇ ਨੇ। ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਨਿਰੰਤਰ ਬਾਣੀ ਦਾ ਪ੍ਰਵਾਹ ਚੱਲਦਾ ਹੈ। ਆਪ ਪ੍ਰੇਮੀ ਜਨ ਸਮਾਂ ਨਿਕਾਲ ਕੇ ਸਰਵਣ ਕਰੋ। ਅਗਰ ਪਾਠ ਕਰਨ ਦੀ ਚਾਹਤ ਹੈ, ਇੱਛਾ ਹੈ, ਤੇ ਗੁਰੂ ਸਾਹਿਬ ਜੀ ਤੋਂ ਆਪ ਪਾਠ ਵੀ ਕਰੋ, ਆਪਣਾ ਜੀਵਨ ਸਫਲ ਕਰੋ, ਤਾਂ ਜੋ ਇੱਕ ਇੱਕ ਪੰਕਤੀ ਸਾਡੀ ਆਤਮਾ ਨੂੰ ਝੰਜੋੜ ਕੇ ਰੱਖ ਦੇਵੇ ਤੇ ਅਸੀਂ ਵੀ ਅਸਲੀ ਧਾਰਮਿਕ ਹੋ ਜਾਈਏ, ਪਾਪੀ ਪਖੰਡੀ ਤੋਂ ਮੁਕਤ ਹੋ ਜਾਈਏ। ਭੁੱਲਾਂ ਚੁੱਕਾਂ ਦੀ ਮੁਆਫੀ। ਆਪ ਜੀ ਨੇ ਪ੍ਰੇਮ ਸਹਿਤ ਸਰਵਣ ਕੀਤਾ, ਸਭ ਦਾ ਧੰਨਵਾਦ। ਰਹਾਉ ਦੀਆਂ ਪੰਕਤੀਆਂ ਸਰਵਣ ਕਰੋ। ਸਮਾਪਤੀ ਹੈ ਜੀ। ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ, ਹਉ ਪਾਪੀ ਪਾਖੰਡੀਆ ਭਾਈ, ਮਨ ਤਨ ਨਾਮ ਵਸੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਾਧ ਸੰਗਤ ਜੀ, ਇਹ ਸਨ ਪੰਥ ਦੇ ਮਹਾਨ